ਪੁੱਤ ਘਰ ਦੀ ਜਿਹੜੀ ਖਾਦ ਖੁਰਾਕ ਆ ਉਹ ਬਹੁਤ ਜ਼ਰੂਰੀ ਆ। ਤਾਂ ਐਲੋਪੈਥੀ ਵਾਲੇ ਕਹਿੰਦੇ ਆ ਕਿ ਵੀ ਆ ਚੀਜ਼ ਨਹੀਂ ਖਾਣੀ, ਮਸਾਲਾ ਨਹੀਂ ਖਾਣਾ, ਧਨੀਆ ਨਹੀਂ ਖਾਣਾ, ਘੀ ਨਹੀਂ ਖਾਣਾ, ਦੁੱਧ ਨਹੀਂ ਪੀਣਾ ਵਗੈਰਾ ਵਗੈਰਾ, ਪਤਾ ਨਹੀਂ ਕਿੰਨੀਆਂ ਕੁ ਚੀਜ਼ਾਂ ਹਨਾ। ਸੋ ਦੂਜੇ ਪਾਸੇ ਜਿਹੜੇ ਆਯੁਰਵੇਦ ਵਾਲੇ ਆ ਉਹ ਕਹਿੰਦੇ ਕਿ ਜੇ ਤੁਸੀਂ ਬਿਮਾਰੀਆਂ ਤੋਂ ਦੂਰ ਰਹਿਣਾ ਆ ਹਨਾ ਤਾਂ ਫਿਰ ਖਾਲਸ ਚੀਜ਼ਾਂ ਖਾਓ, ਜਿਵੇਂ ਘੀ ਖਾਓ, ਦੁੱਧ ਪੀਓ, ਮਤਲਬ ਮਸਾਲੇ ਜਿਹੜੇ ਘਰ ਦੇ ਨਾਰਮਲ ਮਸਾਲੇ ਉਹਨਾਂ ਨੂੰ ਵਰਤੋ, ਪਰ ਬਾਹਰਲਾ ਮਸਾਲਾ ਨਾ ਵਰਤੋ। ਤਾਂ ਸਾਡੇ ਮਾਹਰ ਜਿਹੜੇ ਆਯੁਰਵੇਦ ਵਾਲੇ ਉਹ ਕਹਿੰਦੇ ਨੇ ਕਿ ਦੇਸੀ ਘੀ ਹੋ ਗਿਆ, ਸਰੋਂ ਦਾ ਤੇਲ ਹੋ ਗਿਆ ਹਨਾ, ਤੇ ਜਾਂ ਮਤਲਬ ਸੂਰਜਮੁਖੀ ਦਾ ਤੇਲ ਹੋ ਗਿਆ, ਇਹਦਾ ਪ੍ਰਯੋਗ ਕਰੋ। ਤਾਂ ਐਲੋਪੈਥੀ ਵਾਲੇ ਇਹ ਕਹਿੰਦੇ ਆ ਕਿ ਵੀ ਇਹਨਾਂ ਚੀਜ਼ਾਂ ਦਾ ਪ੍ਰਯੋਗ ਬਿਲਕੁਲ ਨਹੀਂ ਕਰਨਾ। ਖਾਈਏ ਕੀ ਨਾ ਕੀ ਖਾਈਏ, ਬੜਾ ਜ਼ਿਹਨ ਦੇ ਵਿੱਚ ਸਵਾਲ ਆ। ਕਿਸੇ ਵਿਦਵਾਨ ਦੀ ਇੱਕ ਗੱਲ ਹੈ, ਕਹਿੰਦੇ ਕਿ ਜਿੰਨਾ ਸਾਡੇ ਜੀਉਣ ਦੇ ਲਈ ਹਵਾ, ਪਾਣੀ ਤੇ ਪ੍ਰਕਾਸ਼ ਜ਼ਰੂਰੀ ਆ ਨਾ, ਪ੍ਰਕਾਸ਼ ਭਾਵ ਸੂਰਜ ਦੀ ਰੋਸ਼ਨੀ ਜ਼ਰੂਰੀ ਆ, ਓਨਾ ਹੀ ਜ਼ਰੂਰੀ ਆ ਸਾਡੀ ਸਿਹਤ ਦੇ ਲਈ ਘੀ ਤੇ ਘਰ ਦੇ ਸਾਫ ਮਸਾਲੇ, ਜਿਹੜੇ ਕਿ ਅਸੀਂ ਸ਼ੁੱਧ ਤੇ ਪਿਓਰ ਜਿਹੜੇ ਬਜ਼ੁਰਗ ਪੁਰਾਣੇ ਖਾਂਦੇ ਸੀ ਹਨਾ। ਤਾਂ ਮੌਸਮ ਦੇ ਹਿਸਾਬ ਦੇ ਨਾਲ ਹਰ ਸਬਜ਼ੀ, ਤੇ ਅੱਜ ਅਸੀਂ ਫੈਸ਼ਨ ਸਟੈਂਡਰਡ ਜਾਂ ਇਹ ਕਹਿ ਲਈਏ ਕਿ ਦਿਖਾਵਾ ਦਿਖਾਉਣ ਦੇ ਲਈ ਕਿ ਮੈਂ ਵੀ ਬਈ ਜਿਹੜੀ ਮੌਸਮ ਤੋਂ ਬਿਨਾ ਮਹਿੰਗੀ ਸਬਜ਼ੀ ਆ ਨਾ ਮੈਂ ਉਹ ਖਾ ਰਿਹਾ, ਦੇਖੋ ਬਈ ਜਿਹੜੀ ਕਿ ਆਹ ਸਬਜ਼ੀ ਆ। ਪਰ ਅਸਲ ਦੇ ਵਿੱਚ ਜਿਹੜੀ ਮੌਸਮ ਦੇ ਵਿੱਚ ਬਣੀ ਹੋਈ ਜਿਹੜੀ ਸਬਜ਼ੀ ਆ, ਮੌਸਮ ਦੇ ਕੁਦਰਤੀ ਰੂਪ ਦੇ ਵਿੱਚ ਉੱਗੀ ਹੋਈ ਹੈ, ਕੁਦਰਤ ਦੇ ਅਨੁਕੂਲ। ਹੁਣ ਝੋਨੇ ਦਾ ਸੀਜ਼ਨ ਆ ਹਨਾ, ਤਾਂ ਬਾਅਦ ਵਿੱਚ ਕਣਕ ਦਾ। ਝੋਨਾ ਜਿਹੜਾ ਆ ਉਹ ਗਰਮੀ ਦੇ ਵਿੱਚ ਪੈਦਾ ਹੁੰਦਾ ਹੈ ਤੇ ਉਹਦੇ ਵਿੱਚ ਉਹਦੀ ਤਸੀਰ ਠੰਡੀ ਹੁੰਦੀ ਆ। ਕਣਕ ਜਿਹੜੀ ਆ ਠੰਡ ਦੇ ਵਿੱਚ ਪੈਦਾ ਹੁੰਦੀ ਆ, ਉਹਦੀ ਤਸੀਰ ਗਰਮ ਹੁੰਦੀ ਆ। ਸੋ ਹੁਣ ਸਾਨੂੰ ਜਿਹੜੇ ਮੌਸਮ ਦੇ ਹਿਸਾਬ ਦੇ ਨਾਲ ਗਰਮੀ ਦੇ ਵਿੱਚ ਜਿਹੜੀਆਂ ਸਬਜ਼ੀਆਂ ਨੇ, ਚਾਹੇ ਕੱਦੂ ਆ, ਚਾਹੇ ਤੋਰੀਆਂ ਆ, ਚਾਹੇ ਭਿੰਡੀਆਂ ਆ, ਚਾਹੇ ਹੋਰ ਜਿਹੜੀਆਂ ਸਬਜ਼ੀਆਂ ਆ, ਉਹਨਾਂ ਦੀ ਤਸੀਰ ਠੰਡੀ ਆ ਤੇ ਸਾਨੂੰ ਸ਼ੀਤਲਤਾ ਪ੍ਰਦਾਨ ਕਰਦੀ ਆ। ਤੇ ਜਿਹੜੇ ਤੱਤ ਸਾਨੂੰ ਚਾਹੀਦੇ ਆ ਗਰਮੀ ਤੋਂ ਬਚਣ ਦੇ ਲਈ ਉਹ ਇਹਨਾਂ ਵਿੱਚ ਪੂਰੇ ਹੁੰਦੇ ਹਨਾ। ਕੱਦੂ ਦੇ ਵਿੱਚ ਪਾਣੀ ਵੀ ਪੂਰਾ ਹੁੰਦਾ ਆ, ਉਹਦੇ ਵਿੱਚ ਤਾਕਤ ਵੀ ਪੂਰੀ ਹੁੰਦੀ ਹੈ। ਤੁਹਾਡੇ ਬ੍ਰੇਨ ਨੂੰ ਜਿਹੜਾ ਵਾਇਰਸ ਮੌਸਮ ਨਾਲ ਸਮੇਂ ਦੇ ਹਿਸਾਬ ਦੇ ਨਾਲ ਆਉਂਦਾ ਆ, ਉਹਦੇ ਨਾਲ ਵੀ ਲੜਨ ਦੀ ਸਮਰੱਥਾ ਨੇ। ਪਰ ਅਸੀਂ ਕੱਦੂ ਖਾ ਕੇ ਕੁਛ ਨਹੀਂ ਗੇ। ਪੁਰਾਣੇ ਬਜ਼ੁਰਗ ਪਤਾ ਕੀ ਕਰਦੇ ਸੀ, ਉਹਨਾਂ ਨੇ ਜੇ ਕੱਦੂ ਦੀ ਸਬਜ਼ੀ ਅੱਜ ਬਣਾ ਲਈ ਆ ਨਾ, ਸਵੇਰੇ ਸਵੇਰੇ ਕੱਦੂ ਦੀ ਸਬਜ਼ੀ ਖਾ ਲਈ, ਦੁਪਹਿਰ ਨੂੰ ਉਹਨਾਂ ਨੇ ਰਾਇਤਾ ਪਾ ਲੈਣਾ ਆ, ਸ਼ਾਮ ਨੂੰ ਉਹਨਾਂ ਨੇ ਕੋਈ ਨਾ ਕੋਈ ਹੋਰ ਉਹਦੀ ਚੀਜ਼ ਬਣਾ ਕੇ ਖਾ ਲੈਣੀ ਆ ਹਨਾ। ਫਿਰ ਅਗਲੇ ਦਿਨ ਰਾਇਤਾ ਤਾਂ ਹੈਗਾ ਹੀ ਹੈਗਾ, ਕਿਉਂਕਿ ਜਿੰਨਾ ਚਿਰ ਕੱਦੂ ਚੱਲਦਾ ਹੈ ਤਾਂ ਰਾਇਤਾ ਦਹੀਂ ਦੇ ਵਿੱਚ, ਦਹੀਂ ਦਾ ਕੱਦੂ ਪਾ ਕੇ ਵਿੱਚ ਨਾ ਖਾਦਾ ਜਾਵੇ ਦਹੀਂ ਦੇ ਤਾਂ ਫਿਰ ਕੀ ਹਨਾ ਸਵਾਦ ਆ। ਫਿਰ ਬਜ਼ੁਰਗ ਕੀ ਕਰਦੇ ਹੁੰਦੇ ਸੀ, ਕਹਿਣਾ ਕਿ ਚਲੋ ਜੇ ਅੱਜ ਕੱਦੂ ਨਹੀਂ ਪਾਉਣਾ ਤਾਂ ਅੱਜ ਪਕੌੜੀਆਂ ਪਾ ਲਈਏ, ਭਾਵ ਘਰੇ ਵੇਸਣ ਦੀਆਂ ਸਰੋਂ ਦੇ ਤੇਲ ਦੇ ਵਿੱਚ ਨਿੱਕੀਆਂ ਨਿੱਕੀਆਂ ਬਣਾ ਲੈਣੀਆਂ ਹਨਾ। ਤਾਂ ਉਹ ਜੇ ਨਹੀਂ ਤਾਂ ਚਲ ਹੋਰ ਕੁਝ ਨਹੀਂ, ਹਰੀ ਮਿਰਚ, ਪਿਆਜ਼, ਟਮਾਟਰ ਤੇ ਹੋਰ ਵੀ ਜਿਹੜੀ ਕੋਈ ਲੱਗਦੀ ਹੋਈ ਕਿ ਇਹ ਵੀ ਵਿੱਚ ਪਾ ਲਈਏ ਹਨਾ, ਤਾਂ ਉਹ ਪਾ ਕੇ ਦਹੀਂ ਨੂੰ ਖਾਣ ਦਾ ਤਰੀਕਾ ਬਣਾ ਲੈਣਾ ਹੈ। ਅੱਜ ਅਸੀਂ ਦਹੀਂ ਖਾਂਦੇ ਆ ਡੱਬੇ ਵਾਲਾ, ਜਿੰਨਾ ਤਾਕਤ ਤਾਂ ਕੋਈ ਨਹੀਂ ਮਿਲਣੀ, ਪਰ ਟੌਰ ਦਹੀਂ ਖਾਂਦੇ ਆ। ਪਰ ਅਸਲ ਦੇ ਵਿੱਚ ਦਹੀਂ ਜਿਹੜਾ ਆ ਨੈਚੁਰਲੀ ਜਿਹੜਾ ਆ ਉਹ ਸਾਨੂੰ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਸਰੀਰ ਦੇ ਵਿੱਚ ਅੰਦਰ ਇਮਿਊਨਿਟੀ ਨੂੰ ਵਧਾਉਂਦਾ, ਸਹੀ ਰੱਖਦਾ ਆ। ਮੈਂ ਆਪਣੀ ਗੱਲ ਦੱਸਦੀ ਆ ਕਿ ਕੁਦਰਤੀ ਜਿਹੜਾ ਸਰੀਰ ਦੇ ਵਿੱਚ ਬਦਲਾਅ ਆਉਂਦਾ, ਜੇ ਅਸੀਂ ਬਿਮਾਰੀਆਂ ਨਾਲ ਜ਼ਿਆਦਾ ਜੂਝ ਰਹੇ ਨਾ, ਉਹਦਾ ਮਤਲਬ ਹੈ ਕਿ ਅਸੀਂ ਖਾਣ ਪੀਣ ਦੇ ਵਿੱਚ ਬਹੁਤ ਜ਼ਿਆਦਾ ਬਦਲਾਅ ਕੀਤਾ। ਮੈਂ ਆਪਣਾ ਨਿੱਜੀ ਤਜਰਬਾ ਦੱਸਦੀ ਹਾਂ, ਕਿਉਂਕਿ ਮੈਂ ਵੀ ਕਾਫੀ ਸਰਵਾਈਵ ਕੀਤਾ ਹੈ ਕਾਫੀ ਮਤਲਬ ਲੰਮੇ ਸਮੇਂ ਤੱਕ। ਉਹਦਾ ਇੱਕ ਬਹੁਤ ਵੱਡਾ ਕਾਰਨ ਸੀ ਨਿੱਕੀ ਬਚਪਨ ਤੋਂ ਜਦੋਂ ਅਸੀਂ ਸੁਰਤ ਸੰਭਾਲੀ ਆ, ਘਰ ਦੇ ਵਿੱਚ ਨਾ ਤਾਂ ਦੁੱਧ ਦੀ ਕਮੀ ਹੋਈ, ਨਾ ਘੀ ਦੀ ਤੇ ਨਾ ਕੁਝ ਹੋਰ ਹਨਾ, ਰੱਜ ਕੇ ਖਾਦਾ ਪੂਰਾ। ਚਾਹੇ ਦੁੱਧ ਮੈਂ ਬਹੁਤ ਘੱਟ ਪੀਂਦੀ ਸੀ, ਪਰ ਮੈਂ ਦਹੀਂ ਨੂੰ ਬਹੁਤ ਰੀਝ ਦੇ ਨਾਲ ਖਾਂਦੀ ਸੀ, ਉਹ ਵੀ ਵਿੱਚ ਹਲਦੀ ਤੇ ਕਾਲਾ ਲੂਣ ਪਾ ਕੇ ਹਨਾ, ਮੇਰਾ ਬਹੁਤ ਪਸੰਦੀਦਾ ਸੀ। ਫਿਰ ਘੀ ਤੋਂ ਬਿਨਾ ਰੋਟੀ ਖਾਣੀ, ਸਬਜ਼ੀ ਖਾਣੀ, ਇਹ ਮੈਨੂੰ ਇਦਾਂ ਲੱਗਦਾ ਹੁੰਦਾ ਸੀ ਕਿ ਪੱਥਰ ਚੱਬਣ ਦੇ ਬਰਾਬਰ ਆ। ਸੋ ਕੁਝ ਸਮੇਂ ਪਹਿਲਾਂ ਕੁਝ ਇਦਾਂ ਦਾ ਹੋਇਆ ਕਿ ਘਰ ਦੇ ਵਿੱਚ ਥੋੜਾ ਜਿਹਾ ਲਵੇਰੇ ਨੂੰ ਜਿੱਦਾਂ ਕਹਿੰਦੇ ਹੁੰਦੇ ਕਿ ਰੋਕ ਹਨਾ,
ਸੋ ਲਵੇਰਾ ਨਹੀਂ ਸੀ ਤੇ ਮੈਂ ਕਹਣਾ ਚਲੋ ਕੋਈ ਗੱਲ ਨਹੀਂ ਖਾ ਲੈ, ਏਦਾਂ ਹੀ ਖਾ, ਕੋਈ ਚੱਕਰ ਨਹੀਂ। ਪਰ ਉਹ ਕੋਈ ਚੱਕਰ ਨਹੀਂ, ਮੇਰਾ ਸਰੀਰ ਨੇ ਪੂਰਾ ਅਬਜ਼ਰਵ ਨਹੀਂ ਕੀਤਾ। ਖਾਦਾ ਤਾਂ ਪਰ ਨਾਰਮਲੀ ਖਾਂਦੀ ਰਹੀ, ਪਰ ਘੀ ਤੋਂ ਬਿਨਾ ਜਿਹੜਾ ਸਰੀਰ ਦੇ ਅੰਦਰ ਠੰਡਾ ਚਾਹੀਦਾ ਸੀ, ਬ੍ਰੇਨ ਨੂੰ ਤਾਕਤ ਚਾਹੀਦੀ ਸੀ, ਬਿਮਾਰੀਆਂ ਨਾਲ ਲੜਨ ਦੀ ਇੱਕ ਕੋਡਿੰਗ ਚਾਹੀਦੀ ਸੀ, ਉਹ ਹੌਲੀ 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 ਖਤਮ ਹੁੰਦੀ ਗਈ ਹੈ ਨਾ। ਸੋ ਕਹਿੰਦੇ ਨੇ ਕਿ ਜੋ ਤੁਸੀਂ ਖਾਂਦੇ ਹੋ ਉਹ ਕੁਝ ਸਮਾਂ ਸਰੀਰ ਜਮਾ ਕਰਕੇ ਰੱਖਦਾ ਆ। ਤੇ ਸੱਚ ਮੰਨਿਓ ਕਿ ਜਿਸ ਦਿਨ ਮੈਨੂੰ ਲੱਗਾ ਕਿ ਵੀ ਬਿਲਕੁਲ ਹੁਣ ਬੁਆ ਹੋ ਗਈ, ਵੀ ਮਤਲਬ ਸਰੀਰ ਦੇ ਵਿੱਚ ਤਾਕਤ ਨਹੀਂ ਬਚੀ, ਤੇ ਮੰਮਾ ਨੂੰ ਮੈਂ ਕਿਹਾ ਵੀ ਮੇਰੀ ਸਬਜ਼ੀ ਮੈਨੂੰ ਖਾਣ ਨੂੰ ਦਿਲ ਨਹੀਂ ਕਰਦਾ, ਬਕਬਕੀ ਜਿਹੀ ਲੱਗਦੀ ਆ। ਤੇ ਕਹਿੰਦੇ ਜਦੋਂ ਅਸੀਂ ਕਹਿੰਦੇ ਕਿ ਪੁੱਤ ਘੇ ਪਾ ਲਾ ਹਨਾ, ਖਾ ਲਾ, ਤੂੰ ਕਹਿੰਦਾ ਕਿ ਨਹੀਂ ਮੈਂ ਇੱਕ ਸਿਟਿੰਗ ਦਾ ਕੰਮ ਕਰਦਾ, ਮੈਂ ਨਹੀਂ ਖਾਣਾ ਹਨਾ। ਇਹ ਜਿਹੜੇ ਦਿਮਾਗ ਦੇ ਵਿੱਚ ਬੜੀਆਂ ਚੀਜ਼ਾਂ ਨੂੰ ਉਹ ਮੈਂ ਹਾਵੀ ਹੋਣ ਦਿੱਤਾ ਤਾਂ ਕਿ ਛੱਡ ਕੇ, ਤੇ ਹੁਣ ਮੈਂ ਰਗੜੇ ਦੇ ਵਿੱਚ ਵੀ ਆਈ। ਪੰਜਾਬੀ ਦਾ ਠੇਠ ਸ਼ਬਦ ਹੈ ਨਾ। ਸੋ ਜਦੋਂ ਥੋੜੀ ਜਿਹੀ ਸੁਰਤ ਆਈ ਤੇ ਮੈਂ ਆਪਣੀ ਪਹਿਲੀ ਵਾਲੀ ਰੂਟੀਨ ਸ਼ੁਰੂ ਕਰ ਦਿੱਤੀ ਜੀ। ਦੇਸੀ ਘੀ ਨਹੀਂ ਛੱਡਣਾ ਜ਼ਿੰਦਗੀ ਦੇ ਵਿੱਚ। ਤਾਂ ਸਬਜ਼ੀ ਦੇ ਵਿੱਚ ਘੀ ਆਉਣਾ ਸ਼ੁਰੂ ਹੋ ਗਿਆ ਹਨਾ। ਤਾਂ ਉਹਦੇ ਨਾਲ ਮੈਨੂੰ ਲੱਗਾ ਕਿ ਹਾਂ ਵੀ ਹਾਂ ਕੁਝ ਅੰਦਰ ਠੰਡਾ ਜਿਹਾ ਪਿਆ ਰਿਹਾ ਹਨਾ। ਸੋ ਮੈਂ ਹੀ ਨਹੀਂ, ਬਹੁਤ ਸਾਰੇ ਪਰਿਵਾਰ ਇਦਾਂ ਦੇ ਹੋਣਗੇ ਜਾਂ ਘਰ ਤੋਂ ਪਾਰ ਹਨਾ। ਜੇ ਤੁਸੀਂ ਮੈਂ ਇੱਕ ਚੀਜ਼ ਕਹੂੰਗੀ, ਜੇ ਦੇਸੀ ਘੀ ਦਾ ਜ਼ਿਕਰ ਕੀਤਾ ਹੈ ਤਾਂ ਤੁਸੀਂ ਡੱਬੇ ਵਾਲਾ ਬਾਜ਼ਾਰੋਂ ਦੇਸੀ ਘੀ ਨਾ ਲਿਓ, ਬਿਲਕੁਲ ਨਹੀਂ ਲੈਣਾ। ਦੁੱਧ ਤੁਸੀਂ ਆਪਣਾ ਲੈ ਲਓ, ਜੇ ਨਹੀਂ ਤੇ ਡੇਅਰੀ ਫਾਰਮ ਵਾਲੇ ਜਿਹੜੇ ਮੈਂਬਰ ਆ ਉਹਨਾਂ ਕੋਲ ਕਰੀਮ ਹੁੰਦੀ ਹੈ, ਤੁਸੀਂ ਉਹ ਲੈ ਕੇ ਉਹਦਾ ਘੀ ਆਪ ਬਣਾ ਸਕਦੇ ਹੋ। ਤੇ ਉਹਦੇ ਨਾਲ ਇੱਕ ਫਾਇਦਾ ਇਹ ਹੁੰਦਾ ਆ ਕਿ ਤੁਸੀਂ ਸ਼ੁੱਧ ਆਪਣੀ ਨਿਗਰਾਨੀ ਦੇ ਵਿੱਚ ਉਹਨੂੰ ਜਮਾ ਕੇ ਉਹਨੂੰ ਹਨਾ ਕਰਕੇ ਸਾਰਾ ਕੁਝ ਤੱਤਾ ਕਰਕੇ ਕਿਵੇਂ ਰੱਖਦੇ ਹੋ, ਕਿਵੇਂ ਸਾਫ਼ ਸਫਾਈ, ਤੁਹਾਨੂੰ ਸਾਰਾ ਪਤਾ। ਸੋ ਉਹ ਜਿਹੜਾ ਘੀ ਆ ਉਹ ਤੁਹਾਡੇ ਬ੍ਰੇਨ ਨੂੰ ਵੀ ਤਾਕਤ ਦਿੰਦਾ ਆ, ਤੁਹਾਡੇ ਗਲੇ ਨੂੰ ਤੇ ਤੁਹਾਡੀ ਪੂਰੀ ਬਾਡੀ ਨੂੰ, ਮਤਲਬ ਹਾਰਟ ਤੁਹਾਡੇ ਨੂੰ ਪੂਰਾ ਉਹ ਸੈੱਟ ਰੱਖਦਾ ਆ। ਤਾਂ ਜਿਨ੍ਹਾਂ ਨੇ ਰਿਫਾਈਨਡ ਖਾਣਾ ਸ਼ੁਰੂ ਕੀਤਾ ਆ, ਮਤਲਬ ਮੈਨੂੰ ਇਦਾਂ ਲੱਗਦਾ ਹੁੰਦਾ ਕਿ ਉਹ ਹੌਲੀ ਹੌਲੀ ਮੌਤ ਦੇ ਮੂੰਹ ਵੱਲ ਜਾ ਰਹੇ ਆ ਹਨਾ। ਸੋ ਕਿਤੇ ਨਾ ਕਿਤੇ ਮੈਂ ਖੁੰਝੀ ਸੀ, ਮੈਂ ਨਹੀਂ ਚਾਹੁੰਦੀ ਕਿ ਤੁਸੀਂ ਵੀ ਖੁੰਝੋ। ਕਿਸੇ ਇੱਕ ਪੰਜਾਬੀ ਅਦਾਕਾਰ, ਫਿਲਮ ਅਦਾਕਾਰ ਦਾ ਇੱਕ ਬਹੁਤ ਸੋਹਣਾ ਸਪੀਚ ਸੀ, ਕਹਿੰਦੇ ਕਿ ਤੁਸੀਂ ਇਹ ਸੋਚਦੇ ਹੋ ਕਿ ਘੀ ਛੱਡ ਕੇ ਤੁਸੀਂ ਇੱਧਰ ਸਹੀ ਰਹੋਗੇ, ਪਰ ਮੈਨੂੰ ਲੱਗਦਾ ਹੈ ਕਿ ਘੀ ਛੱਡ ਕੇ ਤੁਸੀਂ ਬਿਮਾਰ ਹੋਗੇ। ਹਰ ਬੰਦੇ ਨੂੰ ਰੋਜ਼ਾਨਾ ਪੂਰੇ 24 ਘੰਟੇ ਦੇ ਵਿੱਚ 2 ਚਮਚ ਦੇਸੀ ਘਿਓ ਦੇ ਲੈਣੇ ਚਾਹੀਦੇ ਆ ਦਾਲ ਸਬਜ਼ੀ 'ਚ। ਪਰ ਜੇ ਦੇਸੀ ਘਿਓ ਕਹੇ ਤਾਂ ਇਹਨੇ ਵੀ ਪਰੌਂਠੇ ਵੀ ਦੇਸੀ ਘਿਓ 'ਚ ਤਲ ਲਏ ਤੇ ਤੁਸੀਂ 24 ਘੰਟੇ ਤਲ ਕੇ ਚੀਜ਼ਾਂ ਨਹੀਂ, ਸਬਜ਼ੀ 'ਚ ਪਾ ਕੇ ਖਾਣਾ ਤੇ ਰੋਟੀ ਨੂੰ ਚੋਪੜਨਾ, ਉਹ ਜਿਹੜਾ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਆ। ਸੋ ਦੇਸੀ ਘਿਓ ਆਪਣੀ ਜ਼ਿੰਦਗੀ ਦੇ ਵਿੱਚ ਰੂਟੀਨ ਦੇ ਵਿੱਚ ਲੈਣਾ ਸ਼ੁਰੂ ਕਰੋ। ਤਾਂ ਕਿਉਂਕਿ ਜਿਹੜੇ ਅੱਜ ਅਸੀਂ ਭੁੱਲਣ ਦੀ ਆਦਤ ਆ ਉਹ ਵੀ ਇਹੀ ਵੱਡਾ ਕਾਰਨ ਹੈ, ਕਿਉਂਕਿ ਸਾਡੇ ਸਰੀਰ ਨੂੰ ਪੂਰਾ ਠੰਡਾ ਨਹੀਂ ਮਿਲ ਰਿਹਾ। ਪੁਰਾਣੇ ਬਜ਼ੁਰਗਾਂ ਨੇ ਸਿਰ 'ਚ ਵੀ ਦੇਸੀ ਘੀ ਦੀ ਮਾਲਿਸ਼ ਕਰਦੇ ਹੁੰਦੇ, ਚ ਨਹੀਂ ਤਾਂ ਦਹੀਂ ਦੇ ਨਾਲ ਦੂਏ ਤੀਏ ਦਿਨ ਉਹਨਾਂ ਨੇ ਨਹਾ ਜ਼ਰੂਰ ਲੈਣਾ ਹਨਾ, ਖੱਟੀ ਲੱਸੀ ਨਾਲ ਨਹਾ ਲੈਣਾ। ਉਸ ਤੋਂ ਬਾਅਦ ਵਿੱਚ ਉਹਨੂੰ ਸਾਬਣ ਦੇ ਨਾਲ ਨਾਰਮਲ ਨਾਲ ਧੋ ਕੇ ਫਿਰ ਤੇਲ ਨਾਲ ਚੰਗੀ ਤਰ੍ਹਾਂ ਮਾਲਿਸ਼ ਚੋਪੜਨਾ ਨਾ ਸਿਰ ਨੂੰ, ਤੇ ਉਹਦੇ ਨਾਲ ਨਾੜਾਂ ਜਿਹੜੀਆਂ ਸਾਡੀਆਂ ਸੀ ਸੌਫਟ ਰਹਿੰਦੀਆਂ ਸੀ। ਕਹਿੰਦੇ ਨੇ ਜਦੋਂ ਤੁਸੀਂ ਸਿੱਧੇ ਤੁਰੇ ਜਾਂਦੇ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਉਤਰਾ ਚੜਾ ਰਸਤੇ ਦੇ ਵਿੱਚ ਥੋੜਾ ਖੜਬਾ ਜਾਂ ਕਿੱਦਾਂ, ਜਦੋਂ ਠੇਡਾ ਲਾ ਕੇ ਡਿੱਗਦੇ ਹੋ ਨਾ ਤੁਹਾਡਾ ਧਿਆਨ ਫਿਰ ਰਾਹ ਵੱਲ ਹੁੰਦਾ ਹੈ ਕਿ ਉੱਚਾ ਨੀਵਾਂ ਥਾਂ ਕਿਤੇ ਮੈਂ ਡਿੱਗ ਨਾ ਜਾਵਾਂ ਹਨਾ। ਜਦੋਂ ਤੁਸੀਂ ਜਿਹੜੀ ਚੀਜ਼ ਵਰਤਦੇ ਹੋ ਉਹਨੂੰ ਛੱਡਦੇ ਹੋ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਅਸੀਂ ਉਦੋਂ ਨਹੀਂ ਇਹ ਚੀਜ਼ ਨੂੰ ਦੇਖਦੇ, ਪਰ ਜਦੋਂ ਡਿੱਗਦੇ ਆ ਫਿਰ ਪਤਾ ਲੱਗਦਾ। ਤੇ ਅਸਲ ਦੇ ਵਿੱਚ ਸਾਡੀ ਜ਼ਿੰਦਗੀ ਜਿਹੜੀ ਆ ਉਹ ਸਾਡੇ ਖਾਣ ਪਾਣ ਦੇ ਉੱਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ। ਦੂਸਰਾ ਬਿਮਾਰ ਹੋਣ ਦੀਆਂ ਹੋਰ ਵੀ ਬੜੀਆਂ ਸਾਰੀਆਂ ਚੀਜ਼ਾਂ ਨੇ। ਮੇਰਾ ਗਲਾ ਹਜੇ ਵੀ ਥੋੜਾ ਜਿਹਾ ਹੈਗਾ, ਚਲੋ ਕੋਈ ਨਹੀਂ, ਹੌਲੀ ਹੌਲੀ ਠੀਕ ਹੋਊਗਾ। ਸੋ ਇੱਕ ਚੀਜ਼ ਹੋਰ ਹੈ ਕਿ ਅਸੀਂ ਜੋ ਚੀਜ਼ਾਂ ਖਾਣਾ ਚਾਹੁੰਦੇ ਆ ਉਹ ਛੱਡਣੀਆਂ ਚਾਹੀਦੀਆਂ ਸੀ, ਜੋ ਛੱਡਣੀਆਂ ਚਾਹੀਦੀਆਂ ਸੀ ਉਹ ਅਸੀਂ ਖਾ ਰਹੇ ਹਾਂ। ਰਿਫਾਈਨਡ ਸਾਡੇ ਪੰਜਾਬੀਆਂ ਦੇ ਲਈ ਬਿਲਕੁਲ ਨਹੀਂ ਹੈਗਾ, ਕਿਉਂਕਿ ਅਸੀਂ ਦਿਮਾਗ ਤੋਂ ਸੋਚਣਾ, ਅਸੀਂ ਦਿਲ ਤੋਂ ਸੋਚਣਾ ਆ। ਤੇ ਸਾਡੇ ਲਈ ਦੇਸੀ ਘਿਓ ਤੇ ਸਰੋਂ ਦਾ ਤੇਲ ਹੀ ਬਹੁਤ ਜ਼ਿਆਦਾ ਫਾਇਦੇਮੰਦ ਆ। ਅਸੀਂ ਅੱਜ ਸਿਰ ਨੂੰ ਜਿਹੜਾ ਤੇਲ ਲਾਉਨੇ ਆ, ਮੇਰੇ ਨਾਲ ਵੱਧ ਕੇ ਤੁਸੀਂ ਜਾਣਦੇ ਹੋ ਪ੍ਰੋਡਕਟ ਕਿਹੜੇ ਵਰਤਦੇ ਆ, ਪਰ ਅਸਲ ਦੇ ਵਿੱਚ ਉਹ ਸਾਡੇ ਲਈ ਨਹੀਂ ਗੇ। ਦੂਸਰੀ ਚੀਜ਼, ਅਸੀਂ ਜਿਵੇਂ ਦੇ ਇਨਵਾਇਰਨਮੈਂਟ ਦੇ ਵਿੱਚ ਰਹਿੰਦੇ ਆ, ਰਿਫਾਈਨਡ ਸਾਡੇ ਲਈ ਨਹੀਂ ਸੈੱਟ ਹੈਗਾ। ਅਸੀਂ ਜ਼ੋਰ ਦਾ ਕੰਮ ਕਰਨਾ ਆ, ਅਸੀਂ ਪੂਰਾ ਸਰੀਰ ਨੂੰ
ਹਨਾ ਵਾਹੁਣਾ ਆ ਤੇ ਸਾਡੇ ਲਈ ਦੇਸੀ ਘੀ ਤੇ ਸਰੋਂ ਦਾ ਤੇਲ ਹੀ ਵਧੀਆ ਆ। ਜੇ ਤੁਸੀਂ ਕਹੋਗੇ ਕਿ ਰਿਫਾਈਨਡ ਖਾ ਕੇ ਤੁਸੀਂ ਬੱਚੇ ਨੂੰ ਪਹਿਲਵਾਨ ਬਣਾ ਦੋਗੇ ਤਾਂ ਬਿਲਕੁਲ ਗਲਤ ਆ। ਜੇ ਤੁਸੀਂ ਆਉਣ ਵਾਲੇ ਸਮੇਂ ਵਿੱਚ ਆਪਣੇ ਬੱਚੇ ਨੂੰ ਦਿਮਾਗ ਤੋਂ ਅਪਾਹਜ ਕਰਨਾ ਆ ਤਾਂ ਤੁਸੀਂ ਦੂਸਰੀਆਂ ਚੀਜ਼ਾਂ ਵਰਤ ਸਕਦੇ ਹੋ। ਮੈਂ ਕਿਸੇ ਵੀ ਕੰਪਨੀ ਦਾ ਨਾਂ ਨਹੀਂ ਲਵਾਂਗੀ, ਕੁਝ ਨਹੀਂ, ਪਰ ਮੈਂ ਧਰਾਤਲ ਦੀ ਗੱਲ ਕਰਦੀ, ਬਜ਼ੁਰਗਾਂ ਦੀ ਜਿਹੜੀ ਡੰਕੇ ਦੀ ਚੋਟ ਤੇ ਕਹੀ ਹੋਈ ਗੱਲ ਆ। ਅੱਜ ਸਾਨੂੰ ਦੇਸੀ ਘੀ ਦਾ ਮਹਿਕ ਨਹੀਂ ਵਧੀਆ ਲੱਗਦਾ। ਦੂਸਰਾ, ਸ਼ੀਸ਼ੀ ਵਿੱਚ ਬੰਦ ਤਰ੍ਹਾਂ ਤਰ੍ਹਾਂ ਦੇ ਮਹਿਕ ਜਿਹੜੇ ਕਮਰਿਆਂ ਦੇ ਵਿੱਚ ਜਾਂ ਆਪਣੇ ਆਪ ਨੂੰ ਸੁਗੰਧ ਦੇਣ ਦੇ ਲਈ ਆ, ਉਹ ਤਾਂ ਮਹਿਕ ਵਰਤ ਲਈ ਕਿ ਸੁਗੰਧ ਆਵੇ, ਪਰ ਅੰਦਰ ਤੁਹਾਡੇ ਵਿਚਾਰਾਂ ਦੀ ਗੰਦਲਪਨ ਨੂੰ ਕੌਣ ਖਤਮ ਕਰੂਗਾ? ਅਸਲ ਦੇ ਵਿੱਚ ਸਾਨੂੰ ਆਪਣੇ ਅੰਦਰ ਦੇ ਗੰਦਲੇਪਨ ਨੂੰ ਖਤਮ ਕਰਨਾ ਪਊਗਾ। ਕਿਸੇ ਦੀ ਧੀ ਨੂੰ ਕੋਈ ਪੌੜੀ ਚੜ੍ਹਦੇ ਹੋਇਆ ਦੇਖ ਕੇ ਤੁਸੀਂ ਗਲਤ ਸ਼ਬਦਾਵਲੀ ਵਰਤ ਰਹੇ ਹੋ, ਕਿਸੇ ਦਾ ਪੁੱਤ ਸਹੀ ਕੰਮ ਦੇ ਲਈ ਕਿਸੇ ਦੀ ਮਦਦ ਕਰ ਰਿਹਾ ਤੇ ਤੁਸੀਂ ਉਹਨੂੰ ਦੂਸਰੇ ਬੰਨੇ ਲੈ ਕੇ ਜਾ ਰਹੇ ਹੋ। ਸੋ ਇਹ ਚੀਜ਼ਾਂ ਜਿਹੜੀਆਂ ਆ ਇਹ ਸਾਡੇ ਪੰਜਾਬ ਨੂੰ ਅੰਦਰੋਂ ਅੰਦਰੀ ਖੋਖਲਾ ਕਰਦੇ। ਜੇ ਕੋਈ ਬੱਚਾ ਛੋਟਾ ਜਿਹਾ ਕਾਰਜ ਕਰਨਾ ਸ਼ੁਰੂ ਕਰਦਾ ਆ, ਭਾਵ ਨਿੱਕਾ ਜਿਹਾ ਕਾਰੋਬਾਰ ਖੋਲਦਾ ਆ, ਤਾਂ ਉਹ ਅੱਜ ਨਿੱਕਾ ਖੋਲਦਾ ਕੱਲ ਨੂੰ ਵੱਡਾ ਵੀ ਕਰੂਗਾ। ਤੁਸੀਂ ਉਹਨੂੰ ਉਤਸ਼ਾਹਿਤ ਕੀ ਕਰਨਾ, ਲੱਤਾਂ ਖਿੱਚਦੇ ਹੋ। ਇਹਦੇ ਫਿਰ ਇਹਦਾ ਮਤਲਬ ਇਹ ਹੈ ਕਿ ਜੋ ਤੁਸੀਂ ਖੁਦ ਨਹੀਂ ਕਰ ਸਕਦੇ ਕੋਈ ਹੋਰ ਇਨਸਾਨ ਕਰ ਰਿਹਾ ਤਾਂ ਤੁਸੀਂ ਉਹਦੀਆਂ ਲੱਤਾਂ ਖਿੱਚ ਰਹੇ ਹੋ। ਆਪਣੇ ਦਿਮਾਗ ਨੂੰ ਥੋੜਾ ਜਿਹਾ ਬੈਲੈਂਸ ਕਰੋ। ਸਾਡਾ ਪਹਿਲੇ ਵਰਗਾ ਪੰਜਾਬ ਰਹਿਣ ਦਿਓ। ਤੁਸੀਂ ਇਹਨੂੰ ਜੰਗ ਦਾ ਮੈਦਾਨ ਨਾ ਬਣਾਓ, ਕਿਉਂਕਿ ਕਹਿੰਦੇ ਨੇ ਕਿ ਜਦੋਂ ਕੋਈ ਇਨਸਾਨ ਪਹਿਲਾਂ ਸੁਣੀ ਜਾਂਦਾ ਹੈ ਨਾ, ਜਦੋਂ ਬੋਲਣ ਤੇ ਆ ਗਿਆ ਨਾ ਤੇ ਤੁਹਾਨੂੰ ਭੱਜਣ ਨੂੰ ਰਾਹ ਨਹੀਂ ਲੱਭਣਾ। ਜਿੰਨਾ ਚਿਰ ਉਹ ਚੁੱਪ ਆ, ਉਹਦੀ ਚੁੱਪ ਦਾ ਉਹਨੂੰ ਚੁੱਪ ਹੀ ਰਹਿਣ ਦਿਓ। ਤੇ ਜਿੱਦਣ ਉਹ ਬੋਲਿਆ ਤਾਂ ਫਿਰ ਤੁਸੀਂ ਬਹੁਤ ਔਖੇ ਹੋਵੋਗੇ। ਸੋ ਇਸ ਲਈ ਆਪਣੀ ਖਾਦ ਖੁਰਾਕ ਬਦਲੋ। ਜਿਹੜੇ ਤੁਹਾਡੇ ਵਿਚਾਰਾਂ ਨੂੰ ਗੰਦਲਾ ਕਰਦੇ ਆ, ਤੇਜ਼ ਮਸਾਲੇ ਬਾਹਰਲੇ ਭੋਜਨ ਜਿਹੜੇ ਆ ਉਹ ਤੁਹਾਨੂੰ ਵਿਚਾਰਾਂ ਤੋਂ ਵੀ ਅਪਾਹਜ ਕਰਦੇ ਜਾ ਰਹੇ ਆ, ਤੁਹਾਡੇ ਸਰੀਰ ਤੋਂ ਵੀ ਕਰਦੇ ਜਾ ਰਹੇ ਆ, ਤੁਹਾਡੇ ਪਰਿਵਾਰ ਤੋਂ ਵੀ ਕਰਦੇ ਜਾ ਰਹੇ ਆ। ਸੋ ਇਸ ਲਈ ਜੋ ਖਾਣਾ ਘਰ ਬਣਾਓ, ਪਰ ਹਾਂ ਆਪਣੇ ਭੋਜਨ ਦੇ ਵਿੱਚ ਸਰਦ ਰੁੱਤ ਸ਼ੁਰੂ ਹੋ ਰਹੀ ਹੈ ਤੇ ਆਪਣਾ ਖਿਆਲ ਰੱਖੋ। ਫੁੱਲ ਬਾਜ਼ੂ ਦੇ ਕੱਪੜੇ ਪਾਓ, ਨਾਲ ਦੀ ਨਾਲ ਆਪਣੇ ਭੋਜਨ ਦੇ ਵਿੱਚ ਤਬਦੀਲੀ ਕਰੋ। ਠੰਡਾ ਪਾਣੀ ਬਿਲਕੁਲ ਖਤਮ ਕਰ ਦਿਓ ਆਪਣੇ ਪੀਣ ਦੀ ਰੁਟੀਨ ਦੇ ਵਿੱਚੋਂ, ਨਹੀਂ ਤਾਂ ਮੇਰੇ ਵਾਂਗੂ ਗਲਾ ਫੜਿਆ ਜਾਊਗਾ। ਸੋ ਜੇ ਤੁਸੀਂ ਕੁਝ ਵੀ ਲੈ ਰਹੇ ਹੋ, ਚਾਹ ਵੀ ਲੈ ਰਹੇ ਹੋ, ਜੋ ਵੀ ਸ਼ੌਕੀਨ ਹੋ, ਉਹਦੇ ਵਿੱਚ ਮਲੱਠੀ ਪਾਉਣੀ ਸ਼ੁਰੂ ਕਰ ਦਿਓ, ਦਾਲਚੀਨੀ ਪਾਣੀ ਸ਼ੁਰੂ ਕਰ ਦਿਓ, ਜੋ ਵੀ ਤੁਸੀਂ ਪਚਾ ਸਕਦੇ ਹੋ, ਹਨਾ। ਸੋ ਲੌਂਗ ਤੋਂ ਹਾਫ ਪਾਉਣਾ ਸ਼ੁਰੂ ਕਰ ਲਓ, ਕਿਉਂਕਿ ਚਾਹ ਦਾ ਸਵਾਦ ਬਦਲਣਾ ਸ਼ੁਰੂ ਕਰ ਦਿਓ। ਅਦਰਕ ਪਾਉਣਾ ਸ਼ੁਰੂ ਕਰ ਦਿਓ, ਕੋਈ ਗਰਮੀ ਨਿਕਲ ਚੁੱਕੀ ਆ, ਹੁਣ ਸਰਦ ਰੁੱਤ ਸ਼ੁਰੂ ਹੋ ਚੁੱਕੀ ਆ। ਸੋ ਆਪਣੇ ਸਰੀਰ ਨੂੰ ਗਰਮ ਰੱਖਣਾ ਸ਼ੁਰੂ ਕਰ ਦਿਓ। ਤੇ ਗਰਮ ਤੁਸੀਂ ਆਪਣੇ ਭੋਜਨ ਦੇ ਵਿੱਚ ਜੇ ਇੱਕ ਬੰਨਿਓ। ਹਾਂ, ਦੂਸਰੀ ਗੱਲ ਹੈ ਕਿ ਘੀ ਖਾਣ ਨਾਲ ਕੋਈ ਬੰਦਾ ਮੋਟਾ ਨਹੀਂ ਹੁੰਦਾ। ਇਹ ਤੁਹਾਡੀ ਬਹੁਤ ਵੱਡੀ ਗਲਤ ਫਹਿਮੀ ਹੈ ਕਿ ਘੀ ਖਾਣ ਨਾਲ ਬੰਦਾ ਮੋਟਾ ਹੁੰਦਾ। ਘੀ ਖਾਣ ਨਾਲ ਬੰਦੇ ਦੀ ਸਰੀਰ 'ਚ ਫੈਟ ਜਿਹੜੀ ਆ ਬਿਲਕੁਲ ਨਹੀਂ ਬਣਦੀ। ਇਹ ਜ਼ਹਿਨ ਦੇ ਵਿੱਚ ਰੱਖਿਓ। ਹਮੇਸ਼ਾ ਦੇਖਿਓ ਕਿ ਜਿਹੜਾ ਇਨਸਾਨ ਦੇਸੀ ਘੀ ਦਾ ਪ੍ਰਯੋਗ ਕਰਦਾ ਉਹ ਕਦੇ ਮੋਟਾ ਨਹੀਂ ਹੋ ਸਕਦਾ, ਕਦੇ ਵੀ ਨਹੀਂ। ਮੈਂ ਇੱਕ ਵਾਰੀ ਆਪਣੇ ਬਜ਼ੁਰਗਾਂ ਨੂੰ ਪੁੱਛਿਆ ਸੀ, ਮੈਂ ਕਿਹਾ ਵੀ ਸਾਰਿਆਂ ਦੇ ਬੱਚੇ ਏਡੇ ਏਡੇ ਮੋਟੇ ਆ, ਹਨਾ, ਤੇ ਆਪਣੇ ਘਰ ਦੇ ਬੱਚੇ ਪਤਲੇ ਪਤਲੇ ਜਿਹੇ ਆ, ਹਨਾ। ਤਾਂ ਉਹਨਾਂ ਦਾ ਇੱਕੋ ਹੀ ਕਹਿਣ ਸੀ ਕਿ ਜਿਹੜਾ ਤੜਿਆ ਹੋਇਆ ਦੇਸੀ ਘੀ ਖਾ ਰਿਹਾ ਉਹਦੇ ਅੰਦਰ ਹੱਡੀਆਂ ਤਾਂ ਮਜ਼ਬੂਤ ਹੋਣਗੀਆਂ, ਜਿਹੜੀ ਚਰਬੀ ਆ ਉਹ ਵੀ ਪੂਰੀ ਲਚਕ ਵਾਲੀ ਹੋਊਗੀ, ਪਰ ਹਾਂ ਫਲਾਵਟ ਨਹੀਂ ਹੋਊਗੀ। ਜਿਹੜਾ ਬੰਦਾ ਦੇਸੀ ਘੀ ਨਹੀਂ ਖਾਂਦਾ ਉਹ ਮੋਟਾ ਹੋਊਗਾ ਤੇ ਉਹਦੇ ਅੰਦਰ ਫੈਟ ਜਮਾ ਹੋਊਗੀ। ਦੇਸੀ ਘੀ ਖਾਣ ਵਾਲਾ ਇਨਸਾਨ ਕਦੇ ਵੀ ਬਹੁਤਾ ਮੋਟਾ ਨਹੀਂ ਦੇਖੋਗੇ ਤੁਸੀਂ, ਕਿਉਂਕਿ ਉਹ ਗੁੱਡ ਫੈਟ ਆ, ਬੈਡ ਫੈਟ ਨਹੀਂ ਹੈਗੀ। ਸੋ ਇਸ ਲਈ ਦੇਸੀ ਘੀ ਖਾਓ ਤੇ ਤੰਦਰੁਸਤ ਰਹੋ। ਪ੍ਰਸ਼ਾਦਾ ਛੱਡਣ ਨਾਲ ਤੁਸੀਂ ਕਦੇ ਵੀ ਪਤਲੇ ਨਹੀਂ ਹੋ ਸਕਦੇ। ਇਹ ਵਹਿਮ ਜ਼ਹਿਨ ਚੋਂ ਕੱਢ ਦੋ। ਪ੍ਰਸ਼ਾਦਾ ਛਕਦੇ ਹੋ ਪੇਟ ਭਰ ਕੇ, ਹਾਂ ਉਹਦੇ ਖਾਣ ਦਾ ਤਰੀਕਾ ਰੱਖ ਲਓ ਕਿ 3 ਟਾਈਮ ਖਾ ਰਹੇ ਹੋ, 2 ਟਾਈਮ ਪੂਰਾ ਸਹੀ ਟਾਈਮ ਤੇ ਭੋਜਨ ਖਾਓ। ਤੇ ਜਦੋਂ ਨਹੀਂ ਖਾਓਗੇ ਮੋਟੇ ਵੀ ਹੋਵੋਗੇ, ਨਾਲ ਦੀ ਨਾਲ ਬਿਮਾਰ ਵੀ ਹੋਵੋਗੇ ਮੇਰੀ ਤਰ੍ਹਾਂ। ਸੋ ਟਾਈਮ ਸਿਰ ਸਵੇਰ ਦਾ ਭੋਜਨ ਸਹੀ ਤਰੀਕੇ ਦੇ ਨਾਲ ਤੁਸੀਂ ਕਰਨਾ ਆ। ਸਵੇਰ ਦਾ ਭੋਜਨ ਸਹੀ ਤਰੀਕੇ ਦੇ ਨਾਲ ਕਰੋਗੇ ਤਾਂ ਫਿਰ ਤੁਸੀਂ ਕਦੇ ਵੀ ਬਿਮਾਰ ਨਹੀਂ ਹੋਗੇ। ਕਾਲੀ ਦੇ ਵਿੱਚ ਬਿਸਕਿਟ ਚਾਹ ਖਾ ਲਈ ਤੇ ਤੁਰ ਪਏ ਕੰਮ ਤੇ, ਤਾਂ ਆਉਣ ਵਾਲਾ ਸਮਾਂ ਤੁਹਾਨੂੰ
ਹਜ਼ਾਰਾਂ ਨਹੀਂ ਲੱਖਾਂ ਬਿਮਾਰੀਆਂ ਤੁਹਾਡੇ ਸਰੀਰ ਦੇ ਵਿੱਚ ਪ੍ਰਵੇਸ਼ ਕਰ ਜਾਣਗੀਆਂ। ਮੈਂ ਖੁਦ ਬਿਮਾਰ ਹੋਈ, ਮੈਂ ਆਪਣਾ ਨਿੱਜੀ ਐਕਸਪੀਰੀਅੰਸ ਦੱਸਾਂ ਭੁੱਖੇ ਰਹਿ ਕੇ। ਸੋ ਕਦੇ ਵੀ ਭੁੱਖੇ ਨਾ ਰਹੋ, ਨਿਰਨੇ ਕਾਲਜੇ ਕਦੇ ਨਾ ਰਹੋ। ਸਵੇਰ ਨੂੰ ਉੱਠ ਕੇ ਪ੍ਰਸ਼ਾਦਾ ਪਾਣੀ ਛਕੋ, ਚਾਹ ਪੀਣੀ ਹੈ, ਜੋ ਵੀ ਖਾ ਰਹੇ ਹੋ ਤਾਂ ਤੁਹਾਡਾ ਨਿੱਜੀ ਤਰੀਕਾ ਹੈ ਕਿ ਤੁਸੀਂ ਕੀ ਖਾ ਰਹੇ ਹੋ। ਕਿਸੇ ਬਜ਼ੁਰਗ ਨੇ ਕਿਹਾ ਸੀ ਸਵੇਰੇ ਉੱਠ ਕੇ ਜੇ ਇੱਕ ਕੌਲੀ ਤੁਸੀਂ ਦਹੀਂ ਦੀ ਤਾਂ ਰੋਟੀ ਲੈ ਲੈਂਦੇ ਹੋ ਤਾਂ ਪੂਰਾ ਦਿਨ ਜਿਹੜਾ ਹੈ ਤੁਹਾਡਾ ਪੇਟ ਤਾਂ ਭਰਿਆ ਰਹੂਗੀ, એનર્ਜੀ ਤਾਂ ਤੁਹਾਨੂੰ ਮਿਲੂਗੀ, ਨਾਲ ਦੀ ਨਾਲ ਤੁਹਾਡਾ ਬ੍ਰੇਨ ਜਿਹੜਾ ਸਹੀ ਤਰੀਕੇ ਦੇ ਨਾਲ ਕੰਮ ਕਰੂਗਾ। ਤੇ ਜੇ ਤੁਸੀਂ ਸਹੀ ਤਰੀਕੇ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਫਿਰ ਭੁੱਖੇ ਰਹਿਣਾ ਛੱਡ ਦਿਓ। ਬ੍ਰੈਡ ਬਿਸਕਿਟ ਤੋਂ ਥੋੜਾ ਜਿਹਾ ਗਰੇਜ਼ ਕਰ ਲਓ ਸਵੇਰ ਦੇ ਸਮੇਂ ਦੇ ਵਿੱਚ। ਤਾਂ ਚਾਹ ਪੀਣੀ ਆ, ਮੈਂ ਹੁਣ ਆਪਣੀ ਚਾਹ ਵੀ ਬਦਲ ਲਈ ਕਿਉਂਕਿ ਮੈਂ ਚਾਹ ਪੀਣਾ ਸ਼ੁਰੂ ਕਰ ਦਿੱਤੀ, ਪਰ ਉਹ ਚਾਹ ਨਹੀਂ, ਉਹ ਕਾਵਾ ਆ। ਸੋ ਕਿਉਂਕਿ ਰਾਮਜੀਤ ਭਾਜੀ ਹੁਣ ਕਹਿੰਦੇ ਨੇ ਹੁੰਦੇ ਆ ਕਿ ਢਿੱਡ ਫੁਕਣੀ ਪੀਣੀ ਸ਼ੁਰੂ ਕਰਤੀ। ਨਹੀਂ ਜੀ, ਮੈਂ ਢਿੱਡ ਫੁਕਣੀ ਨਹੀਂ ਪੀ ਰਹੀ। ਸੋ ਮੇਰਾ ਜਿਹੜਾ ਨਿੱਜੀ ਹੈਗਾ ਆ ਕਿ ਜਿਹੜੀ ਤੁਸੀਂ ਕੋਈ ਵੀ ਚੀਜ਼ ਲੈ ਰਹੇ ਹੋ ਹਨਾ, ਜਿਹੜੀ ਪੱਤੀ ਆਪਾਂ ਚਾਹ ਦੇ ਵਿੱਚ ਵਰਤਦੇ ਆ, ਤੁਸੀਂ ਇੱਕ ਦਿਨ ਮਤਲਬ 8 ਘੰਟੇ ਚਾਹ ਗਲਾਸੀ ਜਿਹੜੀ ਤੁਸੀਂ ਪੀ ਰਹੇ ਹੋ 8 ਘੰਟੇ ਗਲਾਸੀ ਦੇ ਵਿੱਚ ਚਾਹ ਪਈ ਰਹਿੰਦੇ, ਉਸ ਤੋਂ ਬਾਅਦ ਵਿੱਚ ਇਹਨੂੰ ਡੋਲ ਕੇ ਦੇਖਿਓ ਤਾਂ ਤੁਸੀਂ ਕਦੇ ਵੀ ਚਾਹ ਨਹੀਂ ਪੀਓਗੇ। ਮੇਰਾ ਨਿੱਜੀ ਤਜਰਬਾ ਆ। ਜਿਹੜਾ ਇਨਸਾਨ ਚਾਹ ਜ਼ਿਆਦਾ ਪੀਂਦਾ ਨਾ, ਉਹ ਆਪਣੀ ਜਿਹੜੀ ਚਾਹ ਪੀ ਰਿਹਾ, ਚਾਹ ਪੀ ਕੇ ਭਾਵੇਂ ਅੱਧੀ ਚਾਹ ਪੀ ਲਈ, ਅੱਧੀ 8 ਘੰਟੇ ਲਈ ਤੁਸੀਂ ਉਵੇਂ ਗਲਾਸ ਰਹਿਣ ਦਿਓ। ਉਸ ਤੋਂ ਬਾਅਦ ਵਿੱਚ ਉਹਨੂੰ ਜੇ ਤੁਸੀਂ ਵਾਸ਼ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਜੇ ਤੁਸੀਂ ਦੇਖ ਲਿਆ ਤਾਂ ਮੁੜ ਕੇ ਚਾਹ ਨਹੀਂ ਪੀਓਗੇ। ਸੋ ਅਸੀਂ ਉਹ ਪੱਤੀ ਵਾਲੀ ਚਾਹ ਪੀਂਦੇ ਹੀ ਨਹੀਂ। ਸੋ ਹੁਣ ਪੀਣਾ ਸ਼ੁਰੂ ਕੀਤਾ ਹੈ, ਜੀ ਮਲੱਠੀ ਹੋਏਗੀ, ਚਾਹੇ ਅਦਰਕ ਹੋ ਗਿਆ, ਤੁਲਸੀ ਹੋ ਗਈ, ਅਜਵਾਇਨ ਹੋ ਗਈ ਹੈ ਨਾ, ਤਾਂ ਜਾਂ ਖਾਲਸਾ ਚਾਹ ਹੋ ਗਈ ਆ। ਤੇ ਉਹਨੂੰ ਗੁੜ ਚਾਹ ਤੁਸੀਂ ਗੁੜ ਲੈ ਸਕਦੇ ਹੋ ਜਾਂ ਖੰਡ, ਜੋ ਵੀ ਤੁਸੀਂ ਮਿੱਠਾ ਲੈਣਾ ਚਾਹੁੰਦੇ ਹੋ। ਕਿਉਂਕਿ ਜੇ ਮਲੱਠੀ ਪਾਉਨੇ ਆ ਤਾਂ ਜਿੰਨੀ ਤੁਸੀਂ ਚੀਨੀ ਖੰਡ ਅੱਗੇ ਪਾਉਨੇ ਹੋ ਉਹ ਤੋਂ ਅੱਧੀ ਪਾਉਣੀ ਪੈਣੀ, ਕਿਉਂਕਿ ਮਲੱਠੀ ਬਹੁਤ ਮਿੱਠੀ ਹੁੰਦੀ ਹੈ ਤਾਂ ਤੁਹਾਡੀ ਚਾਹ ਦੇ ਵਿੱਚ ਮਿੱਠਾ ਤੇਜ਼ ਹੋ ਜਾਊਗਾ। ਸੋ ਇਸ ਲਈ ਉਹੀ ਚਾਹ ਜਿਹੜੀ ਆ ਦੇਸੀ ਘੀ ਨੂੰ ਥੋੜਾ ਜਿਹਾ ਬਰਾਊਨ ਕਰਕੇ ਵਿੱਚ ਹਾਫ ਚਮਚ ਲੈ ਕੇ ਤੁਸੀਂ ਪੀਣਾ ਸ਼ੁਰੂ ਕਰ ਦਿਓ ਤੇ ਪੂਰਾ ਸਿਆਲ ਤੁਹਾਨੂੰ ਖੰਘ ਨਹੀਂ ਹੋਊਗੀ। ਸੋ ਮੈਂ ਹੁਣ ਪੀਣੀ ਸ਼ੁਰੂ ਕੀਤੀ ਹੈ। ਸੋ ਅੱਗੇ ਪੀਂਦੇ ਸੀ ਨਿਰਣੇ ਗਾਲ ਜੀ ਉੱਠ ਕੇ ਪਹਿਲਾਂ ਉਹੀ ਗਲਾਸ ਪੂਰਾ ਲਈਦਾ ਸੀਗਾ ਹਨਾ। ਸੋ ਕੰਗਣੀ ਵਾਲਾ ਨਹੀਂ ਜੀ, ਛੋਟਾ ਗਲਾਸ ਜਿਹੜੀ ਆ ਘਰ ਦੇ ਵਿੱਚ ਹੁੰਦੀ ਆ, ਤੇ ਉਹ ਚਾਹ ਪੀਣ ਦੇ ਨਾਲ ਤੁਸੀਂ ਪੂਰਾ ਜਿਹੜਾ ਸਾਲ ਭਾਵ ਕਿ ਸਰਦ ਮੌਸਮ ਵਾਲਾ, ਨਾ ਤੁਹਾਡਾ ਨੱਕ ਵਗੂਗਾ, ਨਾ ਤੁਹਾਨੂੰ ਖੰਘ ਹੋਊਗੀ, ਨਾ ਤੁਹਾਨੂੰ ਫੀਵਰ ਹੋਊਗਾ, ਕੁਝ ਨਹੀਂ ਹੋਊਗਾ। ਸੋ ਬਚ ਜਾਓਗੇ। ਤੇ ਬਾਕੀ ਤੁਹਾਡਾ ਆਪਣਾ ਆਪਣਾ ਖਾਣ ਦਾ ਤਰੀਕਾ, ਤੁਸੀਂ ਕਿਵੇਂ ਖਾਣਾ ਆ ਕਿਵੇਂ ਨਹੀਂ ਖਾਣਾ ਇਹ ਤੁਹਾਡੇ ਤੇ। ਪਰ ਮੈਂ ਇੱਕ ਗੱਲ ਕਹੂੰਗੀ ਕਿ ਦੇਸੀ ਘੀ ਆਪਣੀ ਰੂਟੀਨ ਦੇ ਵਿੱਚ ਸ਼ਾਮਲ ਕਰਨਾ ਸ਼ੁਰੂ ਕਰ ਦਿਓ ਘਰ 'ਚ ਬਣਾ ਕੇ, ਉਹਦੇ ਨਾਲ ਤੁਸੀਂ ਬਿਮਾਰੀਆਂ ਤੋਂ ਬਚ ਜਾਓਗੇ। ਤੇ ਜੇ ਤੁਸੀਂ ਨਹੀਂ ਖਾਣਾ ਫਿਰ ਅਬਰਾ ਖਾਣ ਵਾਲੇ ਸਮੇਂ ਦੇ ਵਿੱਚ ਕੀ ਹੋਊਗਾ ਕੀ ਨਹੀਂ, ਮੇਰੇ ਨੂੰ ਵੱਧ ਕੇ ਤੁਸੀਂ ਜਾਣਦੇ। ਹੁਣ ਮੈਂ ਹੰਡਾਈ ਹੈ, ਮੈਂ ਕਹਿੰਦੀ ਤੁਸੀਂ ਨਾ ਹੰਡਾਓ ਹਨਾ। ਸੋ ਇਸ ਲਈ ਆਪਣੇ ਭੋਜਨ ਦੇ ਵਿੱਚ ਸ਼ਾਮਲ ਜ਼ਰੂਰ ਕਰ ਲਓ ਗੁੱਡ ਫੈਟ, ਚੰਗਾ ਮਤਲਬ ਸਰੀਰ ਦੇ ਵਿੱਚ ਮੋਟਾਪਾ ਬਿਲਕੁਲ ਨਹੀਂ ਆਊਗਾ ਜਿਹੜਾ ਦੇਸੀ ਘੀ ਖਾਂਦਾ ਆ। ਸੋ ਮੋਟਾਪਾ ਜੇ ਆਉਣਾ ਉਹਦਾ ਹੋਰ ਵੱਡਾ ਕਾਰਨ ਹੋ ਸਕਦਾ ਆ। ਦੇਸੀ ਘੀ ਖਾਣ ਵਾਲੇ ਬੰਦੇ ਵਿੱਚ ਕਦੇ ਮੋਟਾਪਾ ਨਹੀਂ ਆਊਗਾ। ਉਹਦਾ ਸਰੀਰ ਹਰ ਕੰਮ ਨੂੰ ਛੇਤੀ ਨਾਲ ਫਰਤੀਲੀ ਨਾਲ ਕਰਨ ਦਾ ਉਹ ਅੰਦਰ ਜਜ਼ਬਾ ਰੱਖਦਾ ਹੈ ਕਿ ਮੈਂ ਆ ਵੀ, ਉਹਦਾ ਮਨ ਕਰੂਗਾ ਕਿ ਮੈਂ ਆ ਵੀ ਕੰਮ ਕਰ ਲਾ, ਮੈਂ ਬੈਠਾ ਨਾ। ਕਿਉਂਕਿ ਜਿਹੜਾ ਅੰਦਰ ਘੇ ਗਿਆ ਹੁੰਦਾ ਨਾ ਉਹ ਤੁਹਾਨੂੰ ਚੁਸਤ ਰੱਖਦਾ ਹਮੇਸ਼ਾ ਹਨਾ। ਤੇ ਤੁਸੀਂ ਹਰ ਕੰਮ ਬੜੀ ਫੁਰਤੀ ਦੇ ਨਾਲ ਕਰਦੇ ਰਹੋਗੇ। ਤੇ ਜੇ ਤੁਸੀਂ ਇਹ ਕਰਦੇ ਹੋ ਕਿ ਮੈਂ ਆ ਨਹੀਂ ਕਰਨਾ, ਕਿਉਂਕਿ ਮੈਂ ਆਪਣੇ ਆਪ ਦੀ ਦੱਸਦੀ ਹਾਂ ਕਿ ਮੈਂ ਘੇ ਛੱਡਿਆ ਸੀ ਕਿ ਮੈਂ ਸੋਚਦੀ ਸੀ ਕਿ ਮੈਂ ਸਿਟਿੰਗ ਦਾ ਕੰਮ ਕਰਦੀ ਸਾਰਾ ਦਿਨ ਕੁਰਸੀ ਤੇ ਬੈਠਾ ਹੈ ਤੇ ਘੇ ਖਾ ਕੇ ਮੈਂ ਮੋਟਾ ਬੰਦਾ ਬਣ ਜਾਊਗਾ ਨਾ, ਪਰ ਅਸਲ ਦੇ ਵਿੱਚ ਇਦਾਂ ਨਹੀਂ ਹੋਇਆ। ਬਿਮਾਰੀਆਂ ਸਗੋਂ ਮੇਰਾ weight 10 ਕਿਲੋ ਘੱਟ ਕਰ ਦਿੱਤਾ, HP ਮੇਰਾ ਲੋ ਹੋ ਗਿਆ ਸੀਗਾ। ਸੋ ਬੁਖਾਰ ਜਿਹੜਾ ਸੀਗਾ ਤਾਂ ਬੁਖਾਰ ਦਾ ਵੱਡਾ ਕਾਰਨ ਸੀਗਾ ਕਿ ਜਦੋਂ ਸਾਡੇ ਅੰਦਰ ਤਾਕਤ ਖਤਮ ਹੋ ਜਾਂਦੀ ਹੈ ਨਾ ਬਿਮਾਰੀਆਂ ਨਾਲ ਲੜਨ ਦੀ, ਉਹ ਬਿਮਾਰੀ ਫਿਰ ਸਾਡੇ ਘਰ ਅੰਦਰ ਆ ਜਾਂਦੀ ਆ। ਸੋ ਹੁਣ ਅਸੀਂ ਬਿਮਾਰੀਆਂ ਨੂੰ ਆਪਣੇ ਘਰ ਤੋਂ ਭਜਾਉਣਾ ਆ ਤੇ ਅਸੀਂ ਫਿਟ ਰਹਿਣਾ ਆ। ਉਹਦੇ ਲਈ ਤੁਸੀਂ ਆਪਣੀ ਖਾਦ ਖੁਰਾਕ ਵਿੱਚ ਕੀ ਸ਼ਾਮਲ ਕਰ ਸਕਦੇ ਹੋ। ਸਵੇਰ ਨੂੰ ਤੁਸੀਂ ਖਾਲੀ ਪੇਟ ਬਿਲਕੁਲ ਨਹੀਂ ਰਹਿਣਾ। 8 ਵਜੇ ਤੋਂ ਪਹਿਲਾਂ ਤੁਹਾਡਾ ਪ੍ਰਸ਼ਾਦਾ ਪਾਣੀ ਹੋ ਜਾਣਾ ਚਾਹੀਦਾ। ਰਾਤ ਨੂੰ ਆਪਾਂ 8-9 ਵਜੇ ਛਕਦੇ ਆ ਹਨਾ, ਤਾਂ ਪੂਰੇ ਉਹ ਟਾਈਮ ਤੋਂ ਬਾਅਦ ਵਿੱਚ ਸਾਡਾ ਪੇਟ ਪੂਰਾ ਖਾਲੀ ਹੁੰਦਾ ਆ, ਮਸ਼ੀਨਰੀ ਪੂਰੀ ਖਾਲੀ ਹੁੰਦੀ ਆ। ਜੇ ਮਤਲਬ ਗੱਡੀ ਵਿੱਚ ਤੇਲ ਰਾਤ ਦਾ ਮੁੱਕਾ ਹੋਇਆ ਤਾਂ ਸਵੇਰ ਨੂੰ ਤੁਸੀਂ ਸਟਾਰਟ ਕਰੀ ਜਾਓਗੇ ਤਾਂ ਕੰਮ ਤੇ ਲੈ ਕੇ ਜਾਓਗੇ, ਜਿਹੜਾ ਵਿੱਚ ਇੰਜਨ ਦੇ ਹੈਗਾ ਉਹ ਵੀ ਖਤਮ ਹੋਣਾ। ਉਸ ਤੋਂ ਬਾਅਦ ਵਿੱਚ ਕੀ ਹੋਊਗਾ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ। ਸੋ ਐਸੀ ਬਾਅਦ ਚ ਭੱਜ ਦੌੜ ਹੋਣੀ ਆ ਨਾ ਉਹਦੀ ਭੰਨ ਤੋੜ
ਕਿ ਤੁਸੀਂ ਬਾਅਦ ਵਿੱਚ ਉਹਨੂੰ ਸਿੱਟਣ ਤੋਂ ਇਲਾਵਾ ਕੁਝ ਨਹੀਂ ਕਰੋਗੇ। ਸੋ ਇਸੇ ਤਰ੍ਹਾਂ ਸਾਡੀ ਬੋਡੀ ਆ, ਤੇ ਜੇ ਅਸੀਂ ਉਹਦੇ ਵਿੱਚ ਆਇਲ ਖਤਮ ਕਰ ਦਿੱਤਾ, ਭਾਵ ਸਵੇਰ ਨੂੰ ਭੋਜਨ ਨਹੀਂ ਲਿਆ, ਤੇਲ ਨਹੀਂ ਪਾਇਆ, ਤਾਂ ਕਿਵੇਂ ਚੱਲੂ, ਹਨਾ। ਸੋ ਇਸ ਲਈ ਆਪਣੇ ਭੋਜਨ ਦੇ ਵਿੱਚ ਜੋ ਜੋ ਤੁਸੀਂ ਸ਼ਾਮਲ ਕਰਨਾ ਚਾਹੁੰਦੇ, ਜੋ ਜੋ ਤੁਹਾਨੂੰ ਸੂਟੇਬਲ ਹੈਗਾ, ਜੋ ਤੁਹਾਡੇ ਸਰੀਰ ਅਬਜ਼ਰਵ ਕਰ ਸਕਦਾ ਆ। ਕਈਆਂ, ਹੁਣ ਮੈਂ ਇੱਥੇ ਪੰਜਾਬੀ ਦੇ ਵਿੱਚ ਠੇਠ ਆਪਣੇ ਪਿੰਡਾਂ ਵਿੱਚ ਕਿਹਾ ਜਾਂਦਾ, ਕਈਆਂ ਦਾ ਸਰੀਰ ਤਸੀਰ ਗਰਮ ਵਾਲਾ ਹੁੰਦਾ, ਉਹ ਗਰਮ ਤਸੀਰ ਦੀ ਚੀਜ਼ ਨਹੀਂ ਖਾ ਸਕਦੇ। ਕਈਆਂ ਦਾ ਸਰੀਰ ਬਾਏ ਜਿਸਾ ਹੁੰਦਾ ਹੈ, ਉਹ ਗਰਮ ਜਿਹੜੀ ਬਾਏ ਜਿਸੇ ਵਾਲੀ ਚੀਜ਼ ਆ, ਬਾਏ ਤਸੀਰ ਵਾਲੀ, ਉਹ ਜ਼ਿਆਦਾ ਨਹੀਂ ਖਾ ਸਕਦਾ, ਹਨਾ। ਸੋ ਤੁਸੀਂ ਆਪਣੇ ਅਕੋਰਡਿੰਗ, ਆਪਣੇ ਹਿਸਾਬ ਦੇ ਨਾਲ ਖਾਣਾ ਆ ਭੋਜਨ। ਸੋ ਕੋਸ਼ਿਸ਼ ਕਰੋ, ਕਿਉਂਕਿ ਜਿਹੜਾ ਬੰਦਾ ਇੱਕ ਵਾਰੀ ਬਿਮਾਰ ਹੋ ਜਾਂਦਾ ਉਹ ਖੁਦ ਵੀ ਵੈਦ ਬਣ ਜਾਂਦਾ। ਘਰ ਦੇ ਤੇ ਕਹਿ ਕੇ ਵੈਦ ਬਣਾ ਹੀ ਦਿੰਦੇ ਉਹਨੂੰ, ਹਨਾ। ਤੂੰ ਆ ਖਾਦਾ ਹੀ ਤਾਂ ਬਿਮਾਰ ਹੋਇਆ, ਹਨਾ। ਤੈਨੂੰ ਕਿਹਾ ਸੀ ਨਾ ਹਟ ਜਾ, ਠੰਡਾ ਪਾਣੀ ਨਹੀਂ ਪੀਣਾ, ਪੀਤਾ ਨਾ, ਹੋ ਗਈ ਨਾ ਖੰਘ, ਫਿਰ ਚੱਲ ਹੁਣ ਦਵਾਈਆਂ ਵੀ ਖਾ, ਆ ਵੀ ਕਰ। ਬਜ਼ੁਰਗ ਤੇ ਫਿਰ ਖੰਘ ਤੋਂ ਉਹਨਾਂ ਨੂੰ ਇੱਕੋ ਵੱਡਾ ਕੰਮ ਹੁੰਦਾ, ਪੁੱਤ ਚਾਹ ਦੇ ਵਿੱਚ 1 ਚਮਚਾ ਘੀ ਦਾ ਪਾ ਕੇ ਦੇ, ਮੇਰਾ ਤਾਂ ਗਲ ਬੈਠੀ ਜਾਂਦਾ, ਹਨਾ। ਸੋ ਨਾਲ ਦੀ ਨਾਲ ਉਹ ਕਹਿਣਗੇ, ਪੁੱਤ ਜਾ ਥੋੜਾ ਘੀ ਗਰਮ ਕਰਕੇ ਲਿਆ ਤੇ ਥੋੜਾ ਵਿੱਚ ਕਾਟਨ ਪਾ ਕੇ ਮੇਰੇ ਗਲੇ ਤੇ ਬੰਨ, ਮੇਰੀ ਖੰਘ ਗਲੇ ਤੋਂ ਆ ਰਹੀ ਹੈ, ਹਨਾ। ਉਹਦੇ ਨਾਲ ਉਹਦੀ ਗਲੇ ਦੀ ਖੰਘ ਠੰਡੇ ਦੇ ਨਾਲ ਖਤਮ ਹੋ ਜਾਂਦੀ ਹੈ, ਘੀ ਦੇ ਨਾਲ ਅੰਦਰੋਂ ਸੈੱਟ ਹੋ ਜਾਂਦਾ ਆ। ਤਾਂ ਕੁਝ ਨਾ, ਬਾਕੀ ਖੰਘ ਦਾ ਇੱਕ ਬਹੁਤ ਆਸਾਨ ਬਜ਼ੁਰਗਾਂ ਦਾ ਅਪਣਾਇਆ ਹੋਇਆ ਤਰੀਕਾ ਕਿ ਜਿਹੜਾ ਆਪਣਾ ਘੀ ਦੇਸੀ ਉਹਦਾ ਥੋੜਾ ਚਿੱਟਾ ਜਿਹਾ ਹੁੰਦਾ ਨਾ, ਉਹਨੂੰ ਥੋੜਾ ਜਿਹਾ ਹਲਕਾ ਜਿਹਾ ਬਰਾਊਨ ਕਰ ਲਓ, ਰੰਗ ਥੋੜਾ ਚਿੱਟੇ ਤੋਂ ਚਿੱਟਾ ਖਤਮ ਹੋ ਜਾਵੇ, ਹਨਾ। ਬਹੁਤਾ ਕਾਲਾ ਨਹੀਂ ਕਰਨਾ। ਫਿਰ ਉਹਦੇ ਵਿੱਚ ਖੰਡ ਸਿੱਟੋ, ਮੋਟੀ ਜਿਹੜੀ ਖੰਡ ਹੁੰਦੀ ਹੈ ਆਪਣੀ, ਹਨਾ। ਤਾਂ 2 ਚਮਚ ਸੇ ਚਲੋ ਕਿੰਨੀ, ਮਤਲਬ ਇੰਨਾ ਜੇ ਕੀ ਪਾਇਆ ਆ, ਤਾਂ ਜਦੋਂ ਪਿਘਲ ਕੇ ਪੂਰੀ ਟੌਫੀ ਵਾਂਗੂ, ਚਾਕਲੇਟ ਵਾਂਗੂ ਬਣ ਜਾਵੇ ਨਾ, ਫਿਰ ਥੋੜੀ ਥੋੜੀ ਤੋੜ ਕੇ ਚੂਸੀ ਜਾ ਖੰਘ ਵੀ ਖਤਮ ਹੋਊਗੀ, ਨਾਲ ਦੀ ਨਾਲ ਰੇਸ਼ਾ ਵੀ ਖਤਮ ਹੋਊਗਾ, ਨਾਲੇ ਉਹ ਸਵਾਦ ਖੰਡ ਦੇ ਨਾਲ ਮਿੱਠਾ ਜਿਹੜਾ ਆ ਉਹ ਤੁਹਾਨੂੰ ਤਾਕਤ ਵੀ ਦਿੰਦਾ ਆ। ਸੋ ਇੱਕ ਚੀਜ਼ ਹੋਰ ਹੈ ਕਿ ਜਦੋਂ ਫੀਵਰ ਹੁੰਦਾ ਹੈ ਨਾ, ਤਾਂ ਕਈਆਂ ਨੂੰ ਵੋਮਟਿੰਗ ਆਉਂਦੀ, ਭਾਵ ਉੱਪਰ ਛਾਲਾ ਆਉਂਦੀ ਹੈ ਨਾ। ਜਦੋਂ ਉੱਪਰ ਛਾਲਾ ਆਉਂਦੀ ਹੈ, ਪੂਰਾ ਕਾਲਜੇ ਦਾ ਪੂਰਾ ਜ਼ੋਰ ਲੱਗਦਾ, ਹਨਾ। ਮਤਲਬ ਬੰਦਾ ਨੂੰ ਇਦਾਂ ਹੁੰਦਾ ਕਿ ਬਸ ਗਿਆ ਮੈਂ, ਹਨਾ। ਜਦੋਂ ਵੋਮਟਿੰਗ ਆਉਂਦੀਆਂ 2 3 4 ਆਉਂਦੀਆਂ ਹੈ ਨਾ, ਤਾਂ ਉਹਦਾ ਸਰੀਰ ਨਿਢਾਲ ਹੋ ਜਾਂਦਾ, ਕਿਉਂਕਿ ਪੂਰੀ ਬੋਡੀ ਜਿਹੜੀ ਅੰਦਰ ਜ਼ਹਿਰ ਬਣੀ ਹੁੰਦੀ ਬੁਖਾਰ ਦੀ, ਉਹਨੂੰ ਕੱਢਣ ਦੇ ਵਿੱਚ ਲੱਗੀ ਹੁੰਦੀ ਹੈ ਨਾ। ਸੋ ਉਹ ਚੰਗਾ ਗੁੱਡ ਰਿਐਕਸ਼ਨ ਆ। ਸੋ ਜੇ ਉਹ ਨਿਕਲ ਜਾਂਦਾ ਹੈ ਤਾਂ ਭਾਵ ਜੇ ਖੁੱਲ ਕੇ ਆ ਜਾਂਦੀਆਂ ਨੇ 2 3, ਹਨਾ, ਸਹੀ ਤਰੀਕੇ ਦੇ ਨਾਲ, ਤਾਂ ਮਤਲਬ ਅੱਧੀ ਬਿਮਾਰੀ ਤੁਹਾਡੀ ਖਤਮ ਹੋ ਗਈ। ਸੋ ਜਦੋਂ ਇਸ ਤਰ੍ਹਾਂ ਹੁੰਦੀ ਹੈ ਤਾਂ ਉਸ ਤੋਂ ਬਾਅਦ ਵਿੱਚ ਬਹੁਤ ਸਾਰਾ ਸਰੀਰ ਦੇ ਵਿੱਚ ਜ਼ੋਰ ਜਿਹੜਾ ਲੱਗਾ ਹੁੰਦਾ ਨਾ, ਪਸੀਨਾ ਆਉਂਦਾ ਆ, ਉਹਦੇ ਨਾਲ ਬੁਖਾਰ ਜਿਹੜਾ ਬੋਡੀ ਦੇ ਵਿੱਚ ਉੱਪਰਲੀ ਚਮੜੀ ਦੇ ਹੁੰਦਾ ਉਹ ਵੀ ਪਸੀਨੇ ਰੂਪ ਦੇ ਵਿੱਚ ਬਾਹਰ ਆ ਜਾਂਦਾ। ਬਾਕੀ ਜਦੋਂ ਵੋਮਟਿੰਗ ਹੁੰਦੀ ਹੈ ਤਾਂ ਫਿਰ ਕੌਡੀ ਵੀ ਹੋ ਜਾਂਦੀ ਕਈ ਵਾਰ, ਹਨਾ। ਤਾਂ ਕਈ ਵਾਰ ਬੁਖਾਰ ਦੇ ਵਿੱਚ ਚੱਕਰ ਆਏ, ਇੱਕਦਮ ਡਿੱਗ ਗਏ, ਸਰੀਰ ਦਾ ਬੈਲੈਂਸ ਵਿਗੜ ਗਿਆ, ਤਾਂ ਉਹਦੇ ਨਾਲ ਵੀ ਹੋ ਜਾਂਦੀ ਹੈ। ਤਾਂ ਜਦੋਂ ਤੁਸੀਂ ਖੜੇ ਹੁੰਦੇ ਹੋ, ਤੁਹਾਨੂੰ ਚੱਕਰ ਹੁੰਦੇ ਆ ਲਗਾਤਾਰ, ਮਤਲਬ ਥੋੜਾ ਜਿਹਾ ਉੱਠਦੇ ਫਿਰ ਚੱਕਰ ਆਉਂਦੇ ਆ ਨਾ, ਇੱਕ ਤਾਂ ਤੁਹਾਡੀ ਤੇ ਤਾਕਤ ਘਟ ਗਈ, ਦੂਸਰਾ ਇਹ ਵੀ ਆ, ਤਾਂ ਆਪਣੀ ਕੌਡੀ ਚੈੱਕ ਜ਼ਰੂਰ ਕਰਵਾ ਲਿਓ। ਤਾਂ ਖੁਦ ਵੀ ਕਰ ਸਕਦੇ ਹੋ, ਕਿਉਂਕਿ ਜਿਹੜਾ ਦੋਵਾਂ ਫੇਫੜਿਆਂ ਦੇ ਸੈਂਟਰ ਦੇ ਵਿੱਚ ਇੱਕ ਪੁਆਇੰਟ ਆਉਂਦਾ ਨਾ, ਛੋਟਾ ਜਿਹਾ, ਤਾਂ ਉੱਥੇ ਉਂਗਲ ਨਾਲ ਤੁਸੀਂ ਖੁਦ ਵੀ ਕਰਨ ਦੀ ਕੋਸ਼ਿਸ਼, ਪਰ ਉਹਦੇ ਨਾਲ ਪੇਨਫੁਲ ਬਹੁਤ ਹੁੰਦਾ ਉਹ, ਹਨਾ। ਤੁਸੀਂ ਬਜ਼ੁਰਗਾਂ ਕੋ ਕਰਵਾ ਸਕਦੇ ਹੋ। ਸੋ ਆਪ ਨਾ ਕਰਨ ਦੀ ਕੋਸ਼ਿਸ਼ ਕਰਿਓ, ਕਿਉਂਕਿ ਤੁਹਾਡੇ ਕੋਲ ਨਹੀਂ ਸੈੱਟ, ਜਿਹੜਾ ਕੋਈ ਬਜ਼ੁਰਗ ਘਰ ਦੇ ਵਿੱਚ ਸਿਆਣਾ ਆ ਉਹ ਕਰ ਸਕਦਾ ਆ। ਤੇ ਉਹਦੇ ਨਾਲ ਕੀ ਹੋਊਗਾ, ਤੁਹਾਡੇ ਚੱਕਰ ਵੀ ਖਤਮ ਹੋਣਗੇ, ਤੁਹਾਨੂੰ ਰਿਲੀਫ ਮਹਿਸੂਸ ਹੋਊਗਾ ਨਾ। ਤਾਂ ਫਿਰ ਹੌਲੀ ਹੌਲੀ ਜਿਹੜਾ ਆ ਤੁਸੀਂ ਪਹਿਲੀ ਕੰਡੀਸ਼ਨ ਦੇ ਵਿੱਚ ਆਉਂਦੇ, ਹਾਂ, ਕਿਉਂਕਿ ਬਿਮਾਰੀ ਜਦੋਂ ਆਉਂਦੀ ਉਹ ਵੀ ਪਹਿਲਾਂ ਹੌਲੀ ਹੌਲੀ ਆਉਂਦੀ ਆ, ਤਾਂ ਜਦੋਂ ਜ਼ੋਰ ਫੜਦੀ ਆ ਤਾਂ ਫਿਰ ਸਾਡੀ ਬੁਆ ਹੁੰਦੀ ਹੈ, ਤੇ ਜਦੋਂ ਜਾਂਦੀ ਹੈ ਤਾਂ ਫਿਰ ਹੌਲੀ ਹੌਲੀ ਬੈਕ ਅਸੀਂ ਉਸ ਕੰਡੀਸ਼ਨ ਤੇ ਆਉਣਾ ਆ। ਉਹਦੇ ਲਈ ਵੀ ਬੜਾ ਸਮਾਂ ਚਾਹੀਦਾ, ਹਨਾ। ਸੋ ਗੱਲਾਂ ਬਾਤਾਂ ਆਪਣੀਆਂ ਚੱਲਦੀਆਂ ਰਹਿਣਗੀਆਂ, ਤਾਂ ਹੋਰ ਵੀ ਸੁਨੇਹੇ ਤੁਹਾਡੇ ਨਾਲ ਸਾਂਝੇ ਕਰਦੇ ਰਵਾਂਗੇ। ਕਾਫੀ ਲੰਮੇ ਸਮੇਂ ਬਾਅਦ ਮੈਂ ਆਪਣੇ ਭੈਣ ਭਰਾਵਾਂ ਨੂੰ ਕਾਫੀਆਂ ਨੂੰ ਮਿਲੀ ਆ, ਕਿਉਂਕਿ ਅਵਤਾਰ ਰੇਡੀਓ ਇਹੋ ਜਿਹਾ ਸਾਡਾ ਪਲੇਟਫਾਰਮ ਆ ਜਿਹਦੇ ਵਿੱਚ ਬਹੁਤ ਸਾਰੇ ਭੈਣ ਭਰਾ ਕਾਫੀ ਲੰਮੇ ਅਰਸੇ ਬਾਅਦ ਸਾਨੂੰ ਮਿਲੇ ਆ, ਹਨਾ। ਸੋ ਤੁਸੀਂ ਵੀ ਇਸੇ ਤਰ੍ਹਾਂ ਜੁੜਦੇ ਰਹਿਣਾ ਆ, ਤੇ ਗੱਲਾਂ ਬਾਤਾਂ ਆਪਾਂ ਇਸੇ ਤਰ੍ਹਾਂ ਤੁਹਾਡੇ ਨਾਲ ਅਵਤਾਰ ਰੇਡੀਓ ਤੇ ਵਿਹੜੇ ਦੇ ਵਿੱਚ ਕਰਾਂਗੇ। ਤੇ ਪਰ ਨਾਲ ਦੀ ਨਾਲ ਗੀਤ ਸੰਗੀਤ ਵੀ, ਸਾਡੇ ਤਾਂ ਵਿਆਹ ਵੀ ਰਹਿ ਗਏ ਸਾਰੇ, ਹਨਾ। ਪਹਿਲੀ ਪਾਤਸ਼ਾਹੀ ਦਾ ਵਿਆਹ ਵੀ ਰਹਿ ਗਿਆ, ਕਿਉਂਕਿ ਸਿਹਤ ਡਾਵਾਡੋਲ ਹੋ ਗਈ ਸੀ। ਸੋ 6ਵੇਂ ਪਾਤਸ਼ਾਹ ਦਾ ਵਿਆਹ ਪੁਰਬ ਵੀ ਇਸੇ ਤਰ੍ਹਾਂ ਹੀ ਨਿਕਲ ਗਿਆ। ਸੋ ਕੋਈ ਨਹੀਂ, ਚਲੋ ਜੀ, ਇਹ ਪ੍ਰੋਗਰਾਮ ਪਰਮਾਤਮਾ ਸਾਨੂੰ ਫਿਰ ਦਿਖਾ ਦੇਣਗੇ। ਸਿਹਤ ਸਹੀ ਹੈ ਤੇ ਸਭ ਕੁਝ ਸਹੀ ਹੈ ਜੀ। ਸੋ ਇੱਕ ਪੈਗਾਮ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਦੀ ਜਾਵਾਂ, ਤੇ ਇਸ ਪੈਗਾਮ ਤੋਂ ਪਾਰ ਆਪਾਂ ਫਿਰ ਅਵਤਾਰ ਰੇਡੀਓ ਦੇ ਵਿਹੜੇ ਦੇ ਵਿੱਚ ਰੂਬਰੂ ਹੋਵਾਂਗੇ। ਤਦ ਤੱਕ ਦੇ ਲਈ ਤੁਸੀਂ ਇਸ ਕੀਰਤਨ ਦਾ ਆਨੰਦ ਮਾਣੋ ਜੀ।